ਇੱਕ ਓਅੰਕਾਰ ਸਰਬ ਤੋਂ ਪ੍ਰਥਮ ਗੁਰੂ ਨਾਨਕ ਦੇਵ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੱਥੋਂ ਆਰੰਭ ਹੁੰਦੀ ਹੈ, ਸਰਬ ਪ੍ਰਥਮ ਇੱਕ ਓਅੰਕਾਰ ਸ਼ਬਦ ਦਾ ਉਚਾਰਨ ਗੁਰੂ ਸਾਹਿਬ ਨੇ ਕੀਤਾ ਹੈ, ਜੋ ਇੱਕ ਹੈ। ਇੱਕ ਤੋਂ ਹੀ ਸਭ ਕੁਝ ਸ਼ੁਰੂ ਹੁੰਦਾ ਹੈ। ਉਹ ਅਕਾਲ ਪੁਰਖ ਇੱਕ ਹੈ, ਦੂਸਰਾ ਕੋਈ ਨਹੀਂ। ਉਸ ਵਿੱਚ ਕੋਈ ਕਲਪਨਾ ਨਹੀਂ, ਉਹ ਸ਼ਾਂਤ ਸਰੂਪ ਹੈ। 33 ਕਰੋੜ ਦੇਵੀ ਦੇਵਤੇ ਉਸ ਇੱਕ ਰੂਪ ਨੂੰ ਧਿਆਉਂਦੇ ਹਨ। ਉਹ ਇੱਕ ਹੀ ਸਾਰਿਆਂ ਦਾ ਰਕਸ਼ਕ ਹੈ, ਪ੍ਰਤੀਪਾਲਕ ਹੈ। ਇੱਕ ਸ਼ਬਦ ਦੇ ਵਿੱਚ ਹੀ ਸਾਰਾ ਬ੍ਰਹਿਮੰਡ ਸਮਾਇਆ ਹੋਇਆ ਹੈ। ਕੋਟੀ ਕੋਟੀ ਬ੍ਰਹਿਮੰਡ ਇਸ ਇੱਕ ਦੇ ਵਿੱਚੋਂ ਹੀ ਉਤਪਤ ਹੋਏ ਤੇ ਇੱਕ ਦੇ ਵਿੱਚ ਹੀ ਲੀਨ ਹੋ ਜਾਣਗੇ। ਜੋ ਇੱਕ ਦਾ ਮਹਾਤਮ ਹੈ, ਇਸ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੋ ਸਕਦਾ। ਇੱਕ ਹੀ ਸਰਬ ਸ੍ਰਿਸ਼ਟੀ ਦਾ ਦਾਤਾ ਹੈ। ਇੱਕ ਹੀ ਸਾਰਿਆਂ ਦੀ ਉਤਪਤੀ ਦਾ ਕਾਰਨ ਹੈ। ਇੱਕ ਹੀ ਸਾਰਿਆਂ ਦਾ ਪਾਲਣ ਪੋਸ਼ਣ ਕਰਨੇ ਵਾਲਾ, ਇੱਕ ਹੀ ਸਾਰਿਆਂ ਦਾ ਸੰਘਾਰ ਕਰਨੇ ਵਾਲਾ। ਓਅੰਕਾਰ ਉਸ ਨੂੰ ਸਮੇਟਿਆ ਹੋਇਆ ਦੂਸਰਾ ਸ਼ਬਦ ਹੈ। ਉਸ ਓਅੰਕਾਰ ਨੇ ਇਸ ਇੱਕ ਨੂੰ ਆਪਣੇ ਵਿੱਚ ਸਮੋਇਆ ਹੋਇਆ ਹੈ, ਪਰੋਇਆ ਹੋਇਆ ਹੈ। ਇੱਕ ਦੀ ਮਹਾਨਤਾ ਸਾਰਿਆਂ ਨਾਲੋਂ ਵੱਡੀ ਮਹਾਨਤਾ ਹੈ। ਇੱਕ ਦੇ ਵਿੱਚ ਹੀ ਜੋ ਖੱਟ ਰਸ ਹਨ, ਇੱਕ ਦੇ ਵਿੱਚ ਹੀ ਆਉਂਦੇ ਹਨ। ਇੱਕ ਦੇ ਵਿੱਚ ਹੀ 6 ਰੁੱਤਾਂ ਆ ਜਾਂਦੀਆਂ ਹਨ। ਇੱਕ ਦੇ ਵਿੱਚ ਹੀ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ। ਇੱਥੋਂ ਤੱਕ ਕਿ ਜਿਤਨੀ ਵੀ ਅੱਜ ਤੱਕ ਕਿਸੇ ਵੀ ਮਹਾਂਪੁਰਸ਼ ਨੇ ਬਾਣੀ ਉਚਾਰਨ ਕੀਤੀ ਹੈ, ਉਹ ਓਅੰਕਾਰ ਦੇ ਘੇਰੇ ਦੇ ਅੰਦਰ ਹੀ ਹੈ, ਕਦੀ ਬਾਹਰ ਨਹੀਂ ਜਾਂਦੀ। ਇਸ ਓਅੰਕਾਰ ਦਾ ਇਤਨਾ ਵੱਡਾ ਵਿਸ਼ਾਲ ਵਿਆਪਕਤਾ ਦੇ ਰੂਪ ਦੇ ਵਿੱਚ ਘੇਰਾ ਹੈ ਕਿ ਅੱਜ ਤੱਕ ਕੋਈ ਵੀ ਇਸ ਨੂੰ ਕ੍ਰੋਸ ਨਹੀਂ ਕਰ ਸਕਿਆ, ਇਸ ਦੀ ਕੋਈ ਉਲੰਘਣਾ ਨਹੀਂ ਕਰ ਸਕਿਆ, ਇਸ ਦਾ ਕੋਈ ਪਾਰ ਨਹੀਂ ਪਾ ਸਕਿਆ। ਆਪਣੇ ਆਪਣੇ ਭਾਵ ਦੇ ਮੁਤਾਬਕ, ਆਪਣੇ ਆਪਣੇ ਵਿਚਾਰਾਂ ਦੇ ਮੁਤਾਬਕ, ਆਪਣੇ ਆਪਣੀ ਖਿਆਤੀ ਦੇ ਮੁਤਾਬਕ ਸਾਰਿਆਂ ਨੇ ਇਸ ਦਾ ਜ਼ਿਕਰ ਕੀਤਾ ਹੈ। ਚਾਰੋਂ ਵਰਨ, ਚਾਰੋਂ ਬਾਣੀਆਂ, ਚਾਰੇ ਖਾਣੀਆਂ ਇਸ ਓਅੰਕਾਰ ਦਾ ਹੀ ਜ਼ਿਕਰ ਕਰਦੀਆਂ ਹਨ। ਜਦੋਂ ਸਵੇਰੇ ਸੂਰਜ ਉਦੇ ਹੁੰਦਾ ਹੈ ਤਾਂ ਓਅੰਕਾਰ ਦੀ
ਆਵਾਜ਼ ਦੇ ਵਿੱਚੋਂ ਹੀ ਉਤਪੰਨ ਹੁੰਦਾ ਹੈ। ਜਦੋਂ ਸੂਰਜ ਅਸਤ ਹੁੰਦਾ ਹੈ ਤਾਂ ਉਦੋਂ ਵੀ ਓਅੰਕਾਰ ਦਾ ਆਵਾਜ਼ਾਂ ਦੇ ਕੇ ਉਸ ਦੇ ਵਿੱਚ ਸਮਾਉਂਦਾ ਹੈ। ਜਿਤਨੇ ਤਾਰੇ ਹਨ, ਜਿਤਨੇ ਗ੍ਰਹਿ ਹਨ, ਜਿਤਨੀਆਂ ਧਰਤੀਆਂ ਹਨ, ਸਾਰੀਆਂ ਹੀ ਉਸ ਓਅੰਕਾਰ ਦਾ ਗੁਣ ਗਾਉਂਦੇ ਹਨ। 96 ਕਰੋੜ ਮੇਘਮਾਲਾ, 84 ਲੱਖ ਜੋਨ, 52 ਬੀਰ, ਜਿਤਨੇ ਰਾਗ ਰਾਗਣੀਆਂ ਉਸ ਦਾ ਹੀ ਗਾਣ ਕਰਦੇ ਹਨ। ਪਰ ਇੰਨਾ ਸਭ ਕੁਝ ਹੁੰਦਾ ਹੋਏ ਉਹ ਆਪਣੀ ਉਪਮਾ ਤੋਂ ਰਹਿਤ ਹੈ। ਜੇ ਕੋ ਉਸ ਦੀ ਉਪਮਾ ਕਰੇ ਤਾਂ ਉਹ ਵੱਧਦਾ ਨਹੀਂ ਹੈ, ਜੇਕਰ ਉਸ ਦਾ ਕੋਈ ਘਟਾ ਕਰੇ ਤਾਂ ਉਹ ਘਟਦਾ ਨਹੀਂ ਹੈ। ਉਹ ਅਖੰਡ ਰੂਪ ਹੈ, ਉਹ ਬੋਧ ਰੂਪ ਹੈ, ਉਹ ਵਿਸ਼ਵ ਵਿਆਪਕ ਰੂਪ ਹੈ। ਅੱਜ ਤੱਕ ਕੋਈ ਵੀ ऐसा इंसान, ऐसा पशु, ऐसा देवता, ऐसा कोई महापुरुष, कोई भी इस तरह का होया कि ਜਿਹੜਾ ਉਸ ਦੀ ਅਖੰਡਤਾ ਨੂੰ ਤੋੜ ਸਕੇ। ਸਗੋਂ ਮਹਾਂਪੁਰਸ਼ਾਂ ਨੇ ਜੋੜਨ ਦੀ ਕੋਸ਼ਿਸ਼ ਕੀਤੀ ਵੀ ਉਸ ਓਅੰਕਾਰ ਰੂਪ ਦੇ ਨਾਲ ਜੁੜੋ, ਉਸ ਇੱਕ ਦੇ ਨਾਲ ਜੁੜੋ। ਜਦੋਂ ਅਸੀਂ ਉਸ ਇੱਕ ਦੀ ਮਹਾਨਤਾ ਨੂੰ ਜਾਣ ਲਵਾਂਗੇ ਤਾਂ ਸਾਡੇ ਅੰਦਰ ਜੋ ਪ੍ਰਕਾਸ਼ ਛੁਪਿਆ ਹੋਇਆ ਹੈ ਉਹ ਜਾਗਰਤ ਹੋ ਜਾਵੇਗਾ। ਜਾਗਰਤ ਤਾਂ ਪਹਿਲਾਂ ਵੀ ਹੈ, ਪਰ ਪਰਚੋਲਣ ਦੀ ਲੋੜ ਹੈ। ਸਿਰਫ ਇੱਕ ਅੱਖ ਖੋਲ੍ਹਣ ਦੀ ਲੋੜ ਹੈ। ਉਹ ਤਾਂ ਪ੍ਰਕਾਸ਼ ਰੂਪ ਹੈ। ਜੇਕਰ ਅਸੀਂ ਆਪਣੀਆਂ ਅੱਖਾਂ ਬੰਦ ਕਰਕੇ ਉਸ ਨੂੰ ਦੇਖਣਾ ਚਾਹੀਏ ਤਾਂ ਉਹ ਦਿਸੇਗਾ ਨਹੀਂ। ਗਿਆਨ ਰੂਪੀ ਚਕਸ਼ੂ ਜਦੋਂ ਅਸੀਂ ਖੋਲ੍ਹਾਂਗੇ ਤਾਂ ਫਿਰ ਹੀ ਦਿਖੇਗਾ। ਉਹ ਗਿਆਨ ਰੂਪੀ ਚਕਸ਼ੂ ਜੋ ਸਾਡੇ ਨੇਤਰ ਹਨ, ਲੋਚਨ ਹਨ, ਉਹ ਗੁਰੂ ਤੋਂ ਬਗੈਰ ਖੁੱਲ੍ਹਦੇ ਨਹੀਂ। ਗਿਆਨ ਸਲਾਖਾ ਦੀਬੁੱਧ ਲੋਚਨ, ਕਰ ਹੈ ਧੰਮ ਅਗਿਆਨ ਵਿਮੋਚਨ, ਨਿਰਾਵਰਨ ਦ੍ਰਿਕ ਕਰੇ ਜੋ ਸ਼੍ਰੀ ਗੁਰ, ਨਮੋ ਨਮੋ ਤੈ ਚਰਨ ਧਾਰ ਉਰ। ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ, ਜੋ ਜੰਮੇ ਤੇ ਮਰ ਜਾਏ। ਏਕ ਤੂੰ ਹੀ, ਏਕ ਤੂੰ ਹੀ, ਉਹ ਇਸ ਇੱਕ ਦੇ ਵਿੱਚ ਓਅੰਕਾਰ ਰੂਪ ਬਣ ਕੇ ਸਥਿਤ ਹੈ ਤੇ ਸਥਿਤ ਰਹੇਗਾ। ਕਿਤਨੀਆਂ ਸ੍ਰਿਸ਼ਟੀਆਂ ਆਈਆਂ, ਕਿਤਨੀਆਂ ਚਲੇ ਗਈਆਂ, ਪਰ ਉਹ ਆਪਣੀ ਮਹਿਮਾ ਦੇ ਵਿੱਚ ਸਥਿਤ ਰੂਪ ਹੈ। ਸੋ ਸਾਡੇ ਤੋਂ ਜੁਦਾ ਨਹੀਂ ਹੈ, ਉਹ ਆਪਣਾ ਰੂਪ ਹੈ। ਆਪਣੇ ਆਪ ਨੂੰ ਜਦੋਂ ਅਸੀਂ ਜਾਣ ਲਵਾਂਗੇ ਤਾਂ ਉਸ ਦੀ ਮਹਿਮਾ ਦਾ, ਵਡਿਆਈ ਦਾ ਸਾਨੂੰ ਪਤਾ ਚੱਲ ਲੱਗ ਜਾਵੇਗਾ। ਸੋ ਐਸੇ ਇੱਕ ਰੂਪ ਓਅੰਕਾਰ ਰੂਪ ਨੂੰ ਸਿਮਰਨ ਕਰਨ ਦੇ ਨਾਲ, ਮਨ ਦੇ ਸ਼ੁੱਧ ਭਾਵ ਦੇ ਨਾਲ ਦਿਵਯ ਚਕਸ਼ੂ ਪ੍ਰਾਪਤ ਹੁੰਦੇ ਹਨ। ਜਦੋਂ ਦਿਵ ਚਕਸ਼ੂ ਸਾਨੂੰ ਪ੍ਰਾਪਤ ਹੋ ਗਏ ਤਾਂ ਉਸ ਦੀ ਖਿਆਤੀ, ਉਸ ਦੀ ਵਡਿਆਈ, ਉਸ ਦੀ ਮਹਿਮਾ, ਭਰਪੂਰਤਾ ਸਾਡੇ ਅੰਦਰ ਸਮਾ ਜਾਵੇਗੀ ਅਤੇ ਅਸੀਂ ਉਸ ਦੇ ਵਿੱਚ ਸਮਾ ਕੇ ਉਸ ਦਾ ਰੂਪ ਹੋ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।